सिमरो अंगद दुख निकंदन। गुरु अमरदास हृदय नित त्यावो गुर हृदय त्यावो। श्री गुरु रामदास गुण गावो। गुरु अर्जुन विघ्न के नाशक विघ्नन के नाशक। श्री हरगोबिंद शुभ सुमत परकाशक। श्री हर राय नमो कर जोरी जी नमो कर जोरी। श्री हर कृष्ण मनाए बहोरी। गुर तेग बहादुर परम कृपाला परम कृपाला। श्री गुरु गोबिंद सिंह विशाला। तरो तरा तर पुन पुन सीसा जी पुन पुन सीसा बंदो बार बार जगदीसा। एक अंकारा सतगुरु ते प्रसाद सच होए। वाहिगुरु जी की फतेह विघ्न विनाशन सोए। गुर का शब्द कमाए जिन जीते पंच विकार। तिन संतन को बंदना सिर चरणन पर तार। कहाँ बुद्ध प्रभ तुच्छ हमारी बरन सकै महिमा जो तिहारी। हम ना सकत कर सिफत तुम्हारी आप लेहो तुम कथा सुधारी। हम ना सकत कर सिफत तुम्हारी आप लेहो तुम कथा सुधारी। सतनाम श्री वाहिगुरु साहिब जी। चित्रपदा छंद सूर सुरान के हान करे। छित आनत पे बन के तन सूर। वाहिगुरु जी का खालसा वाहिगुरु जी की फतेह। सच्चे पातशाह धन धन श्री गुरु ग्रंथ साहिब महाराज जी दे हजूर जुड़ मिल के बैठी गुरु का खास रूप धन धन गुरु की साथ संगत जी। पार ब्रह्म हुआ सहाई कथा कीर्तन सुखदाई। आप सब ने बड़े प्रेम दे नाल भाई बख्शीश सिंह जी दे जत्थे पासों गुरबाणी दा बहुत रस भिन्ना कीर्तन सरवण कीता है। आओ हुण अपनी मन चित बिरतियां नूं इकागर करके सतगुरु सच्चे पातशाह जी दे इतिहास वल जोड़िए ते बेनती करिए महाराज जिस तरह आप जी ने सानू सिक्शा दिती है अपने इतिहास दे परथाएं कौतक करके दिखाए ने सानू सिक्ख्यावां दित्तियां ने वो साडे हिरदे विच वसन ते असी आप जी दे चलियां पूरनियां दे उत्ते अपना जीवन बतीत करिए। आओ प्रेम दे नाल कल जिथे असी गुरु अर्जन देव महाराज पातशाह जी दे उस्तत तक दे मंगल सरवण कीते सी। अज मीरी पीरी दे मालक गुरु हरगोबिंद साहब अते गुरु हर राय साहब गुरु हरकिशन साहब गुरु तेग बहादुर साहब गुरु गोबिंद सिंह महाराज सच्चे पातशाह जी दे पावन पवित्र उस्तत वाले मंगलाचरण सरवण करिए। गुरु का जस अपने अमृत रूपी गुरु दे शब्द दे रस नूं माणीए। प्रेम दे नाल कथा सरवण करिए। आखना करिए जी सतनाम श्री वाहिगुरु साहिब जी। सतनाम वाहिगुरु
चित्रपदा छंद सूर सुरान के हान करे। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਸਾਰਾ ਹੀ ਜਗਤ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਮ ਦੇ ਨਾਲ ਜਾਣਦਾ ਹੈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਅੰਦਰ ਬਚਨ ਲਿਖੇ ਨੇ। ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ, ਪੁੱਛਣ ਸਿੱਖ ਅਰਦਾਸ ਕਰ 6 ਮਹਿਲਾਂ ਤੱਕ ਦਰਸ ਨਿਹਾਰੀ, ਅਗਮ ਅਗੋਚਰ ਸਤਿਗੁਰੂ ਬੋਲੇ ਮੁਖਤੇ ਸੁਣੋ ਸੰਸਾਰੀ, ਕਲਯੁਗ ਪੀੜੀ ਸੋਢੀਆਂ ਨਿਹਚਲ ਨੀਵ ਉਸਾਰ ਖਲਾਰੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਬਾਰੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਵੀ ਆਪਣਾ ਮੰਗਲ ਲਿਖਦੇ ਨੇ। ਪਾਤਸ਼ਾਹ ਕਹਿੰਦੇ ਨੇ ਸੂਰ ਸੁਰਾਨ ਕੇ ਹਾਨ ਕਰੇ। ਕਵੀਰਾਜ ਭਾਈ ਸੰਤੋਖ ਸਿੰਘ ਜੀ ਉਹ ਕਵੀ ਹੋਏ ਨੇ ਜਿਨ੍ਹਾਂ ਦਾ ਧਰਤੀ ਦੇ ਉੱਤੇ ਵਿਦਵਤਾ ਦੇ ਅੰਦਰ ਕੋਈ ਸਾਨੀ ਨਹੀਂ ਹੈ। ਕਵੀਰਾਜ ਅੱਜ ਸੂਰ ਸ਼ਬਦ ਦੇ ਬਹੁਤ ਸਾਰੇ ਅਰਥ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੀ ਉਸਤਤ ਕਰਨਗੇ। ਪਹਿਲਾ ਉਹਨਾਂ ਨੇ ਸ਼ਬਦ ਵਰਤਿਆ ਸੂਰ ਸੁਰਾਨ ਕੇ ਹਾਨ ਕਰੇ। ਗੁਰੂ ਹਰਗੋਬਿੰਦ ਸਾਹਿਬ ਤੁਸੀਂ ਬੱਬਰ ਸ਼ੇਰ ਹੋ। ਸੁਰਾਨ ਕੇ ਹਾਨ ਕਰੇ, ਤੇ ਸੁਰਾਨ ਕਹਿੰਦੇ ਨੇ ਦੇਵਤਿਆਂ ਨੂੰ। ਦੇਵਤਿਆਂ ਨੂੰ ਹਾਨੀ ਕੌਣ ਪਹੁੰਚਾਉਂਦਾ ਹੈ? ਦੈਂਤ। ਤੁਸੀਂ ਉਨ ਦੈਂਤਾਂ ਨੂੰ ਮਾਰਨ ਵਾਲੇ ਹੋ। ਛਿਤ ਆਨਤ ਪੇ ਬਨ ਕੇ ਤਨ ਸੂਰ। ਤੇ ਸੂਰ ਦਾ ਇੱਕ ਅਰਥ ਅਸੀਂ ਸਾਰੇ ਜਾਣਦੇ ਹਾਂ। ਸੂਰ ਪਿਗ ਨੂੰ ਵੀ ਕਹਿੰਦੇ ਨੇ, ਸੂਰ ਨੂੰ ਵੀ ਕਹਿੰਦੇ ਨੇ। ਜਦੋਂ ਧਰਤੀ ਦੇ ਉੱਤੇ ਸਭ ਤੋਂ ਪਹਿਲਾ ਅਵਤਾਰ ਪਰਮੇਸ਼ਵਰ ਵਿਸ਼ਨੂੰ ਰੂਪ ਜੀ ਨੇ ਭੇਜਿਆ ਸੀ, ਉਹ ਬਰਾਹਾ ਅਵਤਾਰ ਸੀ, ਸੂਰ ਦਾ ਅਵਤਾਰ ਸੀ। ਜਦੋਂ ਸੰਖਾਸੁਰ ਰਾਖਸ਼ ਨੇ ਧਰਤੀ ਦਾ ਜੋ ਆਂਡਾ ਹੈ, ਜੋ ਧਰਤੀ ਸਾਡੀ ਗੋਲ ਹੈ, ਉਸ ਨੂੰ ਸਮੁੰਦਰ ਦੇ ਵਿੱਚ ਛੁਪਾ ਦਿੱਤਾ ਸੀ। ਸਨਾਤਨ ਗ੍ਰੰਥਾਂ ਦੇ ਅੰਦਰ ਇਹ ਕਥਾ ਮਿਲਦੀ ਹੈ, ਇਹ ਮਿਥਿਹਾਸ ਨਹੀਂ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿੱਥੇ 24 ਅਵਤਾਰਾਂ ਦੀ ਕਥਾ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ, ਉੱਥੇ ਇਹ ਗੱਲ ਵੀ ਲਿਖੀ ਹੈ, ਬਰਾਹਾ ਅਵਤਾਰ ਪਾਤਸ਼ਾਹ ਨੇ ਵਰਣਨ ਕੀਤਾ। ਤੇ ਸੰਖਾਸੁਰ ਰਾਖਸ਼ ਨੇ ਧਰਤੀ ਨੂੰ ਸਮੁੰਦਰ ਦੇ ਵਿੱਚ ਡਬੋ ਦਿੱਤਾ ਸੀ। ਉਸ ਡਬੋਈ ਹੋਈ ਧਰਤੀ ਨੂੰ ਸੂਰ ਨੇ, ਬਰਾਹਾ ਅਵਤਾਰ ਨੇ, ਆਪਣੇ ਦੋਨੋਂ ਅੱਗੇ ਨਿਕਲੇ ਹੋਏ ਦੰਦਾਂ ਦੇ ਉੱਤੇ ਧਰਤੀ ਨੂੰ ਰੱਖ ਕੇ ਤੇ ਧਰਤੀ ਨੂੰ ਉਬਾਰਿਆ ਸੀਗਾ। ਕਵੀਰਾਜ ਭਾਈ ਸੰਤੋਖ ਸਿੰਘ ਜੀ ਉਹ ਵਰਤ ਰਹੇ ਨੇ। ਪਾਤਸ਼ਾਹ ਕਹਿੰਦੇ ਨੇ ਆਨਤ ਭੇ ਬਨ ਕੇ ਤਨ ਸੂਰ। ਤੁਸੀਂ ਸੂਰਮੇ ਬਣ ਕੇ, ਸੂਰ ਦਾ ਅਵਤਾਰ ਬਰਾਹਾ ਰੂਪ ਧਾਰਨ ਕਰਕੇ ਜਿਸ ਤਰ੍ਹਾਂ ਧਰਤੀ ਨੂੰ ਤਾਰਿਆ ਸੀ ਬਰਾਹਾ ਅਵਤਾਰ ਬਣ ਕੇ, ਉਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਸਿੱਖਾਂ ਨੂੰ ਤਾਰ ਰਹੇ ਹੋ। ਸੂਰਤ ਸੁੰਦਰ ਜੋ ਸਿਮਰੈ। ਜੋ ਵੀ ਵਿਅਕਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸੂਰਤ ਨੂੰ ਹਿਰਦੇ ਦੇ ਅੰਦਰ ਸਿਮਰ ਲੈਂਦਾ ਹੈ। ਕਵੀਰਾਜ ਭਾਈ ਸੰਤੋਖ ਸਿੰਘ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਇਤਿਹਾਸ ਚੱਲੇਗਾ, ਉੱਥੇ ਇੱਕ ਬੜਾ ਸੋਹਣਾ ਦੋਹਰਾ ਲਿਖਣਗੇ। ਉਹ ਦੋਹਰਾ ਹੈ, ਕਵੀਰਾਜ ਭਾਈ ਸੰਤੋਖ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਉਸਤਤ ਦੇ ਅੰਦਰ ਲਿਖਦੇ ਨੇ, ਜੋ ਨਰ ਆਤੁਰ ਹਵੈ ਇੱਕ ਬੇਰਾ, ਕਹੈ ਗੁਰੂ ਹਰਗੋਬਿੰਦ ਅਬ ਮੈਂ ਤੇਰਾ, ਕਹਾਂ ਕਠਿਨ ਹੈ ਇਹਾਂ ਛੁਟਾਵਨ, ਨਿਕਟ ਨਾ ਦੇਉ ਦੂਤ ਜਮ ਆਵਨ। ਇਸ ਦੇ ਅਰਥ ਨੇ ਕਿ ਕੋਈ ਵੀ ਵਿਅਕਤੀ ਆਤੁਰ ਹੋ ਕੇ, ਆਤੁਰ ਦਾ ਅਰਥ ਹੁੰਦਾ ਦੁਖੀ ਹੋ ਕੇ, ਬਹੁਤ ਦੁਖੀ ਹੋ ਕੇ ਬੋਲ ਦਵੇ ਗੁਰੂ ਹਰਗੋਬਿੰਦ ਸਾਹਿਬ ਮੈਂ ਤੁਹਾਡਾ। ਜੋ ਨਰ ਆਤੁਰ ਹਵੈ ਇੱਕ ਬੇਰਾ, ਕਹੈ ਗੁਰੂ ਹਰਗੋਬਿੰਦ ਅਬ ਮੈਂ ਤੇਰਾ। ਹੇ ਪਾਤਸ਼ਾਹ ਮੈਂ ਹੁਣ ਤੁਹਾਡਾ। ਕਹਾਂ ਕਠਿਨ ਹੈ ਇਹਾਂ ਛੁਡਾਵਨ। ਇਸ ਧਰਤੀ ਦੇ ਉੱਤੇ ਤੇ ਕੀ ਗੱਲ ਹੈ ਤੈਨੂੰ ਕਿਸੇ ਮੁਸ਼ਕਲਾਂ ਤੋਂ ਛੁਡਵਾਉਣ ਦੀ। ਨਿਕਟ ਨਾ ਦੇਉ ਦੂਤ ਜਮ ਆਵਨ। ਤੇਰੇ ਨੇੜੇ ਜਮਾਂ ਦੇ ਦੂਤ ਵੀ ਨਹੀਂ ਆ ਸਕਦੇ ਜੇ ਤੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਆਸਰਾ ਲੈਣਾ ਹੈ ਤਾਂ ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ
ਕਿ ਸੂਰਤ ਸੁੰਦਰ ਜੋ ਸਿਮਰੈ ਉਰ ਦਾ ਅਰਥ ਹੁੰਦਾ ਹਿਰਦਾ। ਜੋ ਵੀ ਵਿਅਕਤੀ ਹਿਰਦੇ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਚੇਤੇ ਕਰਦਾ ਹੈ, ਉਰ ਮੈਂ ਤਤ ਗਿਆਨ ਲਹੈ ਮਤ ਸੂਰ। ਹਿਰਦੇ ਦੇ ਅੰਦਰ ਤਤ ਛਿੰਨੀ, ਉਸੇ ਵੇਲੇ ਹੀ ਇਮੀਡੀਏਟਲੀ ਆਤਮ ਗਿਆਨ ਪ੍ਰਗਟ ਹੋ ਜਾਂਦਾ ਹੈ ਉਸ ਵਿਅਕਤੀ ਨੂੰ ਜੋ ਗੁਰੂ ਹਰਗੋਬਿੰਦ ਸਾਹਿਬ ਦਾ ਸਿਮਰਨ ਕਰਦਾ ਹੈ। ਸੂਰ ਗਹਿ ਕਰ ਮੈਂ ਰਨ ਕੇ ਪ੍ਰਿਯ। ਹੁਣ ਸੂਰ ਦਾ ਅਗਲਾ ਅਰਥ ਕਰਦੇ ਨੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ, ਕਹਿੰਦੇ ਸੂਰ ਗਹਿ, ਸੂਰ ਦਾ ਅਰਥ ਬਰਛਾ ਵੀ ਹੁੰਦਾ ਹੈ। ਤੁਸੀਂ ਆਪਣੇ ਹੱਥ ਦੇ ਅੰਦਰ ਬਰਛਾ ਫੜਿਆ, ਗਹਿ ਪਕੜਨਾ, ਕਰ ਮੈਂ ਹੱਥ ਦੇ ਅੰਦਰ ਪਕੜਿਆ, ਰਣ ਕੋ ਪ੍ਰਿਯ, ਤੁਹਾਨੂੰ ਜੰਗ ਬਹੁਤ ਚੰਗੇ ਲੱਗਦੇ ਨੇ। ਨਿੰਦਕ ਜੇ ਦੁਖ ਪਾਏ ਬਿਸੂਰ। ਜਿਹੜੇ ਨਿੰਦਕ ਨੇ ਉਹਨਾਂ ਨੂੰ ਤੁਸੀਂ ਜੰਗ ਦੇ ਅੰਦਰ ਖਪਾ ਦਿੱਤਾ ਹੈ। ਅੱਗੇ 6ਵੀਂ ਰਾਸ ਦੇ ਅੰਦਰ, ਜਿਵੇਂ ਪਹਿਲੀ ਰਾਸ ਚੱਲ ਰਹੀ ਹੈ, 6ਵੀਂ ਰਾਸ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਦਾ ਇਤਿਹਾਸ ਆਵੇਗਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 4 ਜੰਗ ਲੜੇ। ਪਹਿਲਾ ਜੰਗ ਜਿਹੜਾ ਪਾਤਸ਼ਾਹ ਨੇ ਲੜਿਆ ਉਹ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਸ਼੍ਰੀ ਲੋਹਗੜ੍ਹ ਸਾਹਿਬ ਵਿਖੇ ਰਚਿਆ। ਦਰਬਾਰ ਸਾਹਿਬ ਤੋਂ ਜਦੋਂ ਕੁਝ ਕੁ ਰਸਤਾ ਹੀ ਅਸੀਂ ਚੱਲ ਕੇ ਜਾਈਏ 2 ਕਿਲੋਮੀਟਰ ਈਸਟ ਵਾਲੇ ਪਾਸੇ, ਪੂਰਬ ਵਾਲੇ ਪਾਸੇ, ਉੱਥੇ ਗੁਰਦੁਆਰਾ ਲੋਹਗੜ੍ਹ ਸਾਹਿਬ ਸੁਸ਼ੋਭਿਤ ਹੈ। ਨਾਲ ਹੀ ਭਾਈ ਸ਼ਾਲੋ ਦਾ ਟੋਬਾ ਹੈ ਤੇ ਨਾਲ ਹੀ ਗੁਰੂ ਕੇ ਮਹਿਲ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਹੋਇਆ। ਪਹਿਲਾ ਗੁਰਦੁਆਰਾ ਬਿਲਕੁਲ ਸੜਕ ਦੇ ਨਾਲ, ਉਹਦਾ ਨਾਮ ਹੈ ਗੁਰਦੁਆਰਾ ਲੋਹਗੜ੍ਹ ਸਾਹਿਬ। ਉੱਥੇ ਤੁਰਕਾਂ ਦੀ 7000 ਦੀ ਫੌਜ ਗੁਰੂ ਹਰਗੋਬਿੰਦ ਸਾਹਿਬ ਨੇ ਝਟਕਾਈ। ਦੂਸਰਾ ਜੰਗ ਪਾਤਸ਼ਾਹ ਨੇ ਕੀਤਾ ਗੁਰੂ ਹਰਗੋਬਿੰਦਪੁਰੇ, ਉੱਥੇ 14000 ਫੌਜ ਨੂੰ ਪਾਤਸ਼ਾਹ ਨੇ ਝਟਕਾਇਆ, ਤੁਰਕਾਂ ਦੀ ਈਨ ਨਹੀਂ ਮੰਨੀ। ਤੀਸਰਾ ਜੰਗ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਹਾਰਾਜ ਫੂਲ ਕੇ ਕੀਤਾ, ਬਠਿੰਡੇ ਦੇ ਇਲਾਕੇ, ਦਮਦਮਾ ਸਾਹਿਬ ਦੇ ਲਾਗੇ ਉੱਧਰ। ਉਸ ਦੇ ਅੰਦਰ ਪਾਤਸ਼ਾਹ ਨੇ 34000 ਤੁਰਕਾਂ ਦੀ ਫੌਜ ਨੂੰ ਝਟਕਾਇਆ। ਚੌਥਾ ਜੰਗ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਰਤਾਰਪੁਰ ਦੀ ਸਭ ਤੋਂ ਵੱਡੀ ਜੰਗ ਲੜੀ। 74000 ਤੁਰਕਾਂ ਦੀ ਫੌਜ ਨੂੰ, ਤਕਰੀਬਨ 75000 ਫੌਜ ਨੂੰ ਪਾਤਸ਼ਾਹ ਨੇ ਝਟਕਾਇਆ। ਸੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਹਾਡੇ ਹੱਥ ਦੇ ਅੰਦਰ ਬਰਛਾ ਹੈ, ਤੁਸੀਂ ਰਣ ਦੇ ਪ੍ਰਿਯ ਹੋ। ਜਿਹੜੇ ਨਿੰਦਕ ਨੇ ਉਹ ਦੁੱਖ ਪਾ ਕੇ ਆਪ ਜੀ ਦੇ ਸਾਹਮਣੇ ਖੜਦੇ ਨਹੀਂ, ਬਸੂਰ ਹੋ ਜਾਂਦੇ ਨੇ, ਮਰ ਜਾਂਦੇ ਨੇ। ਸੂਰ ਵਿਸਾਲ ਕਿਰਪਾਲ ਗੁਰੂ। ਤੁਸੀਂ ਮਹਾਰਾਜ ਬੜੇ ਹੀ ਕਿਰਪਾਲੇ ਹੋ। ਇੱਥੇ ਸੂਰ ਦਾ ਅਰਥ ਹੈ ਬਹਾਦਰ। ਸੂਰ ਵਿਸਾਲ, ਤੁਸੀਂ ਬਹੁਤ ਬਹਾਦਰ ਹੋ, ਕਿਰਪਾਲੂ ਹੋ, ਕਿਰਪਾ ਕਰਨ ਵਾਲੇ ਹੋ। ਗੁਰੂ, ਗੂ ਦਾ ਅਰਥ ਹੁੰਦਾ ਹੈ ਹਨੇਰਾ, ਰੂ ਦਾ ਅਰਥ ਹੁੰਦਾ ਹੈ ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਕੇ ਜਾਣ ਵਾਲਾ। ਤੁਸੀਂ ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਕੇ ਜਾਣ ਵਾਲੇ ਗੁਰੂ ਪਾਤਸ਼ਾਹ ਹੋ। ਹਰਗੋਬਿੰਦ ਜੀ ਤੁਮ ਛਤਰਨ ਸੂਰ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੁੱਤ ਮਾਤਾ ਗੰਗਾ ਦੇ ਉਦਰ ਤੋਂ ਪ੍ਰਗਟ ਹੋਏ ਪਾਤਸ਼ਾਹ ਬਾਬਾ ਬੁੱਢਾ ਜੀ ਦੇ ਬਚਨ ਦੇ ਨਾਲ ਸ਼੍ਰੀ ਵਡਾਲੀ ਦੀ ਧਰਤੀ ਦੇ ਉੱਤੇ ਪਾਤਸ਼ਾਹ ਦਾ ਜਨਮ ਹੁੰਦਾ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਸ਼ਤਰੂਆਂ ਨੂੰ ਮਾਰਨ ਵਾਲੇ ਸੂਰਬੀਰ ਯੋਧੇ ਹੋ। ਸਵਈਆ ਤਾਰਾ ਬਿਲੋਚਨ ਸੋਚਨ ਮੋਚਨ। ਹੁਣ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦੇ ਉਸਤਤ ਦੇ ਅੰਦਰ ਬਚਨ ਲਿਖ ਰਹੇ ਨੇ। ਹਾਂਜੀ, ਪੜੋ ਜੀ। ਸਵਈਆ ਤਾਰਾ ਬਿਲੋਚਨ ਸੋਚਨ ਮੋਚਨ। ਹੁਣ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਤਾਰਾ ਸ਼ਬਦ ਦੇ ਨਾਲ ਹੀ ਸਾਰੇ ਅਰਥ ਕਰਨਗੇ। ਤਾਰਾ ਸ਼ਬਦ ਦੇ ਬਹੁਤ ਅਰਥ ਕਰਨਗੇ। ਪਹਿਲਾ ਅਰਥ ਕਰਦੇ ਨੇ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਲੱਗੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ 5 ਪੁੱਤਰ ਹੋਏ ਨੇ। ਸਭ ਤੋਂ ਵੱਡੇ ਬਾਬਾ ਗੁਰਦਿੱਤਾ, ਦੂਜੇ ਬਾਬਾ ਸੂਰਜਮਲ, ਤੀਜੇ ਬਾਬਾ ਅਣੀ ਰਾਏ, ਉਪਰੰਤ ਬਾਬਾ ਅਟਲ ਰਾਏ ਤੇ 5ਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਇੱਕ ਬੇਟੀ ਹੋਏ ਨੇ ਜਿਨ੍ਹਾਂ ਦਾ ਨਾਮ ਹੋਇਆ ਬੀਬੀ ਵੀਰੋ, ਜਿਨ੍ਹਾਂ ਦੇ ਪੁੱਤਰਾਂ ਨੇ 10ਵੇਂ ਪਾਤਸ਼ਾਹ ਦੇ ਨਾਲ ਪੌਂਟਾ ਸਾਹਿਬ ਦੀ ਜੰਗ ਦੇ ਅੰਦਰ ਬੜਾ ਵੱਡਾ ਰੋਲ ਅਦਾ ਕੀਤਾ ਹੈ ਤੇ ਉਹ ਜੰਗ ਜਿਤਵਾਏ ਨੇ। ਉਹ ਅੱਗੇ ਇਤਿਹਾਸ ਦੇ ਅੰਦਰ ਆਵੇਗਾ, ਉਹ ਅੱਜ ਦਾ ਪ੍ਰਕਰਨ ਨਹੀਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੋਤਰੇ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦੇ ਬਾਰੇ ਲਿਖ ਰਹੇ ਨੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ। ਤਾਰਾ ਬਿਲੋਚਨ ਸੋਚਨ ਮੋਚਨ। ਆਪ ਜੀ ਦੇ ਅੱਖਾਂ ਦੀਆਂ ਪੁਤਲੀਆਂ ਐਸਨੀਆਂ ਸੋਹਣੀਆਂ ਨੇ, ਜੋ ਵੀ ਗੁਰੂ ਹਰ ਰਾਏ ਸਾਹਿਬ ਦੇ ਦਰਸ਼ਨ ਕਰ ਲੈਂਦਾ ਹੈ ਉਸ ਦੀਆਂ ਸੋਚਾਂ ਮੋਚਨ ਹੋ ਜਾਂਦੀਆਂ ਨੇ।
ਮੋਚਨ ਦਾ ਅਰਥ ਹੋ ਜਾਂਦਾ ਖਤਮ ਹੋ ਜਾਣੀਆਂ, ਸੋਚਾਂ ਦੂਰ ਹੋ ਜਾਂਦੀਆਂ ਨੇ, ਉਹ ਸਾਰੀ ਸਟ੍ਰੈਸ ਤੋਂ ਦੂਰ ਹੋ ਜਾਂਦਾ ਹੈ, ਉਹ ਸਾਰੇ ਹੀ ਜਿੰਨਾ ਵੀ ਹਿਰਦੇ ਦੇ ਅੰਦਰ ਐਂਗਰ ਉੱਠਦਾ ਹੈ ਜਾਂ ਸਟ੍ਰੈਸ ਹੋ ਜਾਂਦਾ ਹੈ, ਬੰਦਾ ਡਿਪਰੈਸ ਹੋ ਜਾਂਦਾ ਹੈ, ਉਹ ਡਿਪਰੈਸ਼ਨ ਸਾਰੀ ਦੂਰ ਹੋ ਜਾਂਦੀ ਹੈ ਜਿਹੜਾ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਕਰ ਲਵੇ। ਦੇਖ ਬੇਸ਼ੇਖ ਬਿਸਾ ਬਿਸਤਾਰਾ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਜੋ ਦਰਸ਼ਨ ਕਰ ਲਵੇ, ਵਿਸੇਖ ਉਹਨਾਂ ਪਾਤਸ਼ਾਹ ਨੂੰ ਦੇਖ ਲਵੇ, ਬਿਸੈ ਨਿਸਤਾਰਾ। ਗੁਰੂ ਹਰਿਰਾਏ ਸਾਹਿਬ ਅੰਮ੍ਰਿਤ ਨੇ ਤੇ ਜਿਹੜਾ ਵਿਸ਼ ਹੈ ਉਹ ਸੰਸਾਰ ਸਾਗਰ ਦੇ ਵਿਸ਼ੇ ਵਿਕਾਰ ਨੇ, ਉਸ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ, ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਕਰਕੇ। ਤਾਰਾ ਸ਼ਬਦ ਦਾ ਪਹਿਲਾ ਅਰਥ ਦੱਸਿਆ ਅੱਖਾਂ ਦੀਆਂ ਪੁਤਲੀਆਂ, ਦੂਸਰਾ ਤਾਰਾ ਸ਼ਬਦ ਦਾ ਅਰਥ ਕੀਤਾ ਬਈ ਗੁਰੂ ਹਰਿਰਾਏ ਸਾਹਿਬ ਤੁਸੀਂ ਤਾਰ ਲੈਂਦੇ ਹੋ। ਤਾਰਾ ਭਵੋ ਦਧ ਤੇ ਜਨ ਕੋ। ਤੀਸਰਾ ਅਰਥ ਕਰਦੇ ਨੇ ਤਾਰਾ ਭਵੋ ਦਦ ਤੇ ਜਨ ਕੋ। ਭਵ ਸਾਗਰ ਦੇ ਅੰਦਰ ਸਾਡੀ ਕਿਸ਼ਤੀ ਚੱਲ ਰਹੀ ਹੈ। ਕਬੀਰ ਸਾਹਿਬ ਦੀ ਬਾਣੀ ਕਹਿੰਦੀ ਹੈ ਅਜੋ ਸੋ ਨਾਉ ਸਮੁੰਦਰ ਮੇ ਕਿਆ ਜਾਣੋ ਕਿਆ ਹੋਵੇ, ਵੀ ਹਜੇ ਤਾਂ ਸਾਡੀ ਕਿਸ਼ਤੀ ਆਪਣੀ ਸਮੁੰਦਰ 'ਚ ਹੈ, ਕੋਈ ਬੰਦਾ ਕਲੇਮ ਨਹੀਂ ਕਰ ਸਕਦਾ ਧਰਤੀ ਦੇ ਉੱਤੇ ਵੀ ਮੇਰਾ ਪਾਠ ਪੂਰਾ ਹੋ ਗਿਆ, ਮੇਰੀ ਭਗਤੀ ਪੂਰੀ ਹੋ ਗਈ ਹੈ। ਤੇ ਭਵ ਸਾਗਰ ਤੋਂ ਪਾਰ ਉਤਾਰਨ ਵਾਲੇ ਗੁਰੂ ਹਰਿਰਾਏ ਸਾਹਿਬ ਨੇ ਤਾਰਾ ਭਵੋਦ, ਤਾਰਾ ਤਾਰਨ ਵਾਲੇ ਉਹ ਧਰਤੀ ਤੋਂ ਉਸ ਜਨ ਨੂੰ। ਗਨ ਕੀਰਤ ਸਿਤ ਕਰੀ ਬਿਸਤਾਰਾ। ਕਿਸ ਨੂੰ ਤਾਰਦੇ ਹੋ ਗੁਰੂ ਹਰਿਰਾਏ ਸਾਹਿਬ ਜੀ? ਤੁਸੀਂ ਉਹਨਾਂ ਨੂੰ ਤਾਰਦੇ ਹੋ ਜਿਹੜੇ ਤੁਹਾਡੇ ਕੀਰਤੀ ਦੇ ਪੁੱਲ ਦੇ ਉੱਤੇ ਚੜ ਜਾਂਦੇ ਨੇ। ਸੰਸਾਰ ਜਿਹੜਾ ਸਾਗਰ ਹੈ ਉਹ ਵਿਸ਼ਿਆਂ ਦੇ ਅੰਦਰ, ਵਿਸ਼ਿਆਂ ਦੀ ਅਗਨ ਹੈ, ਵਿਸ਼ਿਆਂ ਦਾ ਸਾਗਰ ਹੈ, ਪਰ ਇੱਕ ਤੁਸੀਂ ਪੁੱਲ ਤਿਆਰ ਕੀਤਾ ਹੈ। ਸਮੁੰਦਰ ਨੂੰ ਪਾਰ ਕਰਨਾ ਹੋਵੇ ਪੁੱਲ ਹੁੰਦਾ ਹੈ, ਤੁਸੀਂ ਕੀਰਤੀ ਰੂਪ ਦਾ ਪੁੱਲ ਤਿਆਰ ਕੀਤਾ ਹੈ। ਜੋ ਵੀ ਵਾਹਿਗੁਰੂ 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 ਸ਼ਬਦ ਨੂੰ ਜਪਦਾ ਹੈ, ਪ੍ਰਭੂ ਦੀ ਕੀਰਤੀ ਕਰਦਾ ਹੈ, ਕਹਿੰਦੇ ਉਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਤੁਹਾਡੀ ਉਸਤਤ ਕਰਦਾ। ਜੋ ਵੀ ਵਿਅਕਤੀ ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ। ਤਾਰਾ ਮਲੇਛਣ ਕੇ ਮਤ ਕੋ। ਤੇ ਤੀਸਰਾ ਤਾਰਾ ਦਾ ਅਰਥ ਕਰਦੇ ਨੇ ਤਾੜਨਾ। ਤੁਸੀਂ ਤਾੜ ਦਿੰਦੇ ਹੋ ਕਿਹਨਾਂ ਨੂੰ? ਮਲੇਛਾਂ ਨੂੰ, ਦੁਸ਼ਟਾਂ ਨੂੰ, ਪਾਪੀਆਂ ਨੂੰ, ਨਿੰਦਕਾਂ ਨੂੰ। ਕੇ ਮਤ ਕੋ, ਉਹਨਾਂ ਦੀ ਮਤ ਨੂੰ ਤਾੜ ਦਿੰਦੇ ਹੋ, ਭੈੜੀ ਮਤ ਨੂੰ। ਉਦਤੇ ਦਿਨ ਨਾਥ ਜਥਾ ਨਿਸਤਾਰਾ। ਉਦਤੇ ਦਿਨ ਨਾਥ, ਦਿਨ ਦਾ ਨਾਥ ਕੌਣ ਹੈ? ਕਵੀ ਜੀ ਕਿੰਨੀ ਸੁੰਦਰ ਰਚਨਾ ਕਰ ਰਹੇ ਨੇ। ਦਿਨ ਦਾ ਨਾਥ ਕੌਣ ਹੈ? ਸੂਰਜ। ਜਿਵੇਂ ਸੂਰਜ ਪ੍ਰਗਟ ਹੁੰਦਾ ਹੈ, ਤੇ ਤੀਸਰਾ ਅਰਥ ਤਾਰੇ ਦਾ, ਚੌਥਾ ਅਰਥ ਕਰਦੇ ਨੇ ਨਿਸਤਾਰਾ। ਰਾਤ ਦੇ ਤਾਰੇ ਛੁਪ ਜਾਂਦੇ ਨੇ ਜਦੋਂ ਦਿਨ ਦਾ ਨਾਥ ਸੂਰਜ ਚੜ੍ਹਦਾ। ਜਦੋਂ ਗੁਰੂ ਹਰਿਰਾਏ ਸਾਹਿਬ ਜੀ ਤੁਸੀਂ ਧਰਤੀ ਦੇ ਉੱਤੇ ਅਵਤਾਰ ਧਾਰਿਆ, ਮਲੇਛਾਂ ਦਾ, ਪਾਪੀਆਂ ਦਾ ਧਰਤੀ ਤੋਂ ਨਾਸ਼ ਹੋ ਗਿਆ ਹੈ। ਤਾਰਾ ਹਿਰਦੈ ਉਪਦੇਸ਼ ਦਾ ਖੋਲਤ। ਹਾਂਜੀ, ਤਾਰਾ ਹਿਰਦੈ ਉਪਦੇਸ਼ ਦਾ ਖੋਲਤ। ਹੁਣ ਪੰਜਵਾਂ ਅਰਥ ਕਰਦੇ ਨੇ ਤਾਰਾ ਦਾ। ਤਾਰਾ ਦਾ ਅਰਥ ਤਾਲਾ ਵੀ ਹੁੰਦਾ ਹੈ। ਕਹਿੰਦੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਤੁਸੀਂ ਹਿਰਦੇ ਦੇ ਸ਼ੰਕਾ ਰੂਪੀ ਤਾਲੇ ਖੋਲ ਦਿੱਤੇ ਨੇ। ਤਾਰਾ ਹਿਰਦੈ ਉਪਦੇਸ਼ ਦਾ ਖੋਲਤ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਐਸੇ ਪਾਵਨ ਪਵਿੱਤਰ ਉਪਦੇਸ਼ ਦਿੱਤੇ ਨੇ, ਸਾਡੇ ਹਿਰਦੇ ਦੇ ਅੰਦਰੋਂ ਸ਼ੰਕੇ ਦੇ ਤਾਲੇ ਖੁੱਲ ਗਏ ਨੇ। ਸ਼੍ਰੀ ਹਰਿਰਾਏ ਕਰੇ ਨਿਸਤਾਰਾ। ਸ਼੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਤੁਸੀਂ ਨਿਸਤਾਰਾ ਕੀਤਾ। ਇੱਕ ਹੋਰ ਤਾਰਾ ਦਾ ਅਰਥ ਨਿਸਤਾਰਾ। ਨਿਸ ਦਾ ਅਰਥ ਹੁੰਦਾ ਦਿਨ ਤੇ ਰਾਤ ਨੂੰ ਜੋ ਤਾਰਨ ਵਾਲੇ ਨੇ, ਉਹ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੇ। ਇੱਕ ਵਾਰੀ ਸਾਰੀ ਸੰਗਤ ਪ੍ਰੇਮ ਨਾਲ ਬੋਲੀਏ, ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਸਾਨੂੰ ਤਾਰਨ ਵਾਲੇ ਨੇ। ਪਾਤਸ਼ਾਹ ਜੀ ਦੇ ਬਾਰੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਉਸਤਤ ਦੇ ਬਚਨ ਲਿਖ ਕੇ ਅਗਲਾ ਉਚਾਰਨ ਕਰਦੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਉਸਤਤ। ਸ਼੍ਰੀ ਸਤਿਗੁਰ ਪੂਰਨ ਹਰਿ ਕ੍ਰਿਸ਼ਨ। ਹੁਣ ਕ੍ਰਿਸ਼ਨ ਸ਼ਬਦ ਦੇ ਅਰਥਾਂ ਦੇ ਨਾਲ ਦੋਹਰਾ ਚੱਕਣਗੇ, ਕ੍ਰਿਸ਼ਨ ਸ਼ਬਦ ਦੇ ਅਰਥ ਕਰਨਗੇ। ਜਿਸ ਤਰ੍ਹਾਂ ਪਹਿਲੇ ਸੂਰ ਸ਼ਬਦ ਦੇ 6 ਅਰਥ ਕੀਤੇ, ਜਿੰਨੇ ਵੀ ਸੂਰ ਸ਼ਬਦ ਦੇ ਅਰਥ ਹੋ ਸਕਦੇ ਸੀ ਉਹ ਕੀਤੇ। ਫਿਰ ਤਾਰਾ ਸ਼ਬਦ ਦੇ ਅਰਥ ਦੇ ਨਾਲ ਗੁਰੂ ਹਰਿਰਾਏ ਸਾਹਿਬ ਜੀ ਦੀ ਉਸਤਤ ਕੀਤੀ। ਹੁਣ ਕ੍ਰਿਸ਼ਨ ਸ਼ਬਦ ਦੇ ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਉਸਤਤ ਕਰਨ ਲੱਗੇ ਨੇ। ਹਾਂਜੀ, ਪੜੋ ਜੀ। ਸ਼੍ਰੀ ਸਤਿਗੁਰ ਪੂਰਨ ਹਰਿ ਕ੍ਰਿਸ਼ਨ। ਹੇ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਜੀ, ਤੁਸੀਂ ਪੂਰਨ ਹੋ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੁੱਲ ਉਮਰ 8 ਸਾਲ ਦੀ ਹੋਈ ਹੈ।
ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਪੂਰਨ ਅਵਤਾਰ ਧਰਤੀ ਤੇ ਬਾਲਾ ਪ੍ਰੀਤਮ ਕਿਹਾ ਜਾਂਦਾ ਹੈ। ਕਿਉਂ? ਹੁਣ ਉਹ ਬਾਰੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਉਸਤਤ ਲਿਖ ਰਹੇ ਨੇ। ਇੱਕ ਖਾਲਸਾ ਜੀ ਗੱਲ ਹਮੇਸ਼ਾ ਯਾਦ ਰੱਖਣੀ, ਇੱਕ ਗ੍ਰੰਥ ਪੜਾਇਆ ਜਾਂਦਾ ਟਕਸਾਲ ਦੇ ਅੰਦਰ ਜਿਸ ਦਾ ਨਾਮ ਹੈ ਸਾਰ ਕੁਤਾਵਲੀ। ਸਾਰ ਕੁਤਾਵਲੀ ਇਸ ਕਰਕੇ ਪੜਾਇਆ ਜਾਂਦਾ ਕਿ ਗੁਰਬਾਣੀ ਦੇ ਅਰਥ ਖੁੱਲ ਜਾਣ। ਉਹਦੇ ਅੰਦਰ ਇੱਕ ਬਚਨ ਆਂਦਾ ਹੈ, ਗੁਰ ਕੀਰਤ ਕੋ ਅਪਰੋਖ ਕਰੇ ਜਸ ਬਾਂਧਵ ਮੀਤ ਪਰੋਖ ਕਰੇ। ਜਿਹੜੀ ਆਪਣੀ ਗੁਰੂ ਦੀ ਕੀਰਤੀ ਹੈ ਨਾ, ਹਮੇਸ਼ਾ ਗੁਰੂ ਦੇ ਸਾਹਮਣੇ ਕਰਨੀ ਹੈ ਬਹਿ ਕੇ। ਹੁਣ ਤੁਸੀਂ ਸ਼ੰਕਾਵਾਦੀ ਕਹੇਗਾ ਵੀ ਗੁਰੂ ਦੀ ਕੀਰਤੀ ਮੂੰਹ ਤੇ ਕਰਨੀ ਹੈ। ਜਸ ਬਾਂਧਵ ਮੀਤ ਪਰੋਖ ਕਰੇ, ਆਪਣੇ ਬਾਂਧਵਾਂ ਦੀ, ਕੋਈ ਫਰੈਂਡਸ ਦੀ, ਰਿਸ਼ਤੇਦਾਰਾਂ ਦੀ ਉਸਤਤ ਪਿੱਠ ਦੇ ਪਿੱਛੇ ਕਰਨੀ ਹੈ। ਸ਼ੰਕਾਵਾਦੀ ਕਹੇਗਾ ਐਸਾ ਕਿਉਂ? ਪਰ ਉਹਦਾ ਕਾਰਨ ਹੈ, ਕਿਉਂਕਿ ਗੁਰੂ ਸਮਰੱਥ ਹੁੰਦਾ ਹੈ, ਗੁਰੂ ਪੂਰਾ ਹੁੰਦਾ ਹੈ, ਉਹਨੂੰ ਆਪਣੀ ਉਸਤਤ ਸੁਣ ਕੇ ਹੰਕਾਰ ਨਹੀਂ ਆਉਂਦਾ। ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਤੁਸੀਂ ਉਸਤਤ ਕਰ ਦੋਗੇ ਗੁਰੂ ਨੇ ਵੱਡਾ ਨਹੀਂ ਹੋ ਜਾਣਾ, ਜੇ ਤੁਸੀਂ ਗੁਰੂ ਦੀ ਨਿੰਦਾ ਕਰੋਗੇ ਗੁਰੂ ਨੇ ਘਟ ਨਹੀਂ ਜਾਣਾ। ਪਰ ਤੁਸੀਂ ਗੁਰੂ ਦੀ ਉਸਤਤ ਕਰੋਗੇ ਤੁਹਾਡੇ ਹਿਰਦੇ ਦੇ ਅੰਦਰ ਸ਼ੁਭ ਗੁਣ ਜ਼ਰੂਰ ਆਣਗੇ। ਤੇ ਜਸ ਬਾਂਧਵ ਮੀਤ ਪਰੋਖ ਕਰੇ, ਪਰੋਖ ਦਾ ਅਰਥ ਹੁੰਦਾ ਪਿੱਛੋਂ ਕਰਨੀ। ਆਪਣੇ ਰਿਸ਼ਤੇਦਾਰਾਂ ਦੀ, ਚੰਗੇ ਮਿੱਤਰਾਂ ਦੀ ਹਮੇਸ਼ਾ ਉਸਤਤ ਪਿੱਠ ਦੇ ਪਿੱਛੋਂ ਕਰੋ। ਕਿਉਂ? ਕਿਉਂਕਿ ਅੱਛਾ ਮਿੱਤਰ ਉਹੀ ਮੰਨਿਆ ਜਾਂਦਾ ਹੈ ਜੋ ਪਿੱਠ ਦੇ ਪਿੱਛੋਂ ਸਾਡੀ ਤਾਰੀਫ ਕਰੇ। ਜਿਹੜਾ ਪਿੱਠ ਦੇ ਪਿੱਛੋਂ ਸਾਡੀ ਚੁਗਲੀ ਕਰੇ, ਨਿੰਦਾ ਕਰੇ, ਉਹ ਸਾਡਾ ਮਿੱਤਰ ਨਹੀਂ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤੁਸੀਂ ਪੂਰੇ ਗੁਰੂ ਹੋ ਤੇ ਤੁਹਾਡਾ ਨਾਮ ਹਰੀ ਕ੍ਰਿਸ਼ਨ ਹੈ। ਕ੍ਰਿਸ਼ਨ ਵਰਤਮਾ ਬਨ ਅਗ ਕ੍ਰਿਸ਼ਨ। ਤੇ ਸੱਚੇ ਪਾਤਸ਼ਾਹ ਕ੍ਰਿਸ਼ਨ ਵਰਤਮਾ ਕਹਿੰਦੇ ਨੇ ਇੱਕ ਅਗਨੀ ਨੂੰ। ਜਿਵੇਂ ਮਾਂ ਦੇ ਪੇਟ ਦੇ ਅੰਦਰ ਇੱਕ ਅਗਨ ਹੁੰਦੀ ਹੈ, ਉਸ ਨੂੰ ਜਠਰਾ ਅਗਨ ਕਹਿੰਦੇ ਨੇ। ਉਸ ਹੀਟ ਦੇ ਨਾਲ ਬੱਚਾ 9 ਮਹੀਨੇ ਦੇ ਅੰਦਰ ਆਪਣਾ ਸਰੀਰ ਤਿਆਰ ਹੋ ਜਾਂਦਾ ਤੇ ਮਾਤਾ ਬੱਚੇ ਨੂੰ ਜਨਮ ਦਿੰਦੀ ਹੈ, ਉਸ ਨੂੰ ਜਠਰਾ ਅਗਨ ਕਹਿੰਦੇ ਨੇ। ਇੱਕ ਬੜਵਾ ਅਗਨ ਹੁੰਦੀ ਹੈ ਜੋ ਸਮੁੰਦਰ ਦੇ ਥੱਲੇ ਹੁੰਦੀ ਹੈ। ਠੀਕ ਹੈ ਜੀ। ਐਸੀ ਤਰ੍ਹਾਂ ਹੀ ਇੱਕ ਜੰਗਲ ਦੇ ਅੰਦਰ ਅਗਨ ਹੁੰਦੀ ਹੈ, ਕਈ ਤਰ੍ਹਾਂ ਦੀ ਅਗਨ ਹੁੰਦੀ ਹੈ। ਤੇ ਇੱਕ ਅਗਨ ਦਾ ਜ਼ਿਕਰ ਕਵੀ ਰਾਏ ਭਾਈ ਸੰਤੋਖ ਸਿੰਘ ਜੀ ਕਰਦੇ ਨੇ, ਕ੍ਰਿਸ਼ਨ ਵਰਤਮਾ ਬਨ ਅਗ ਕ੍ਰਿਸ਼ਨ। ਕਹਿੰਦੇ ਜਿਸ ਤਰ੍ਹਾਂ ਜੰਗਲ ਦੀ ਅੱਗ ਕਈ ਵਾਰੀ ਲੱਗ ਜਾਵੇ ਤੇ ਉਹ ਪੂਰੇ ਜੰਗਲ ਨੂੰ ਰਾਖ ਕਰ ਦਿੰਦੀ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਜੇ ਆਪ ਜੀ ਦੇ ਨਾਮ ਦਾ ਪ੍ਰੇਮ ਸਿੱਖ ਦੇ ਹਿਰਦੇ ਦੇ ਅੰਦਰ ਲੱਗ ਜਾਵੇ ਤੇ ਉਸ ਦੇ ਅੰਦਰੋਂ ਵਿਕਾਰਾਂ ਦੀ ਜਿੰਨੇ ਵੀ ਵਿਕਾਰ ਨੇ ਉਹ ਸਾਰੇ ਸੜ ਜਾਂਦੇ ਨੇ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਦੁਐਸ਼ ਖਤਮ ਹੋ ਜਾਂਦੀ ਹੈ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਆਪ ਆਪਣਾ ਨਾਮ ਸਿੱਖ ਨੂੰ ਜਪਾ ਲਵੋ। ਕ੍ਰਿਸ਼ਨ ਸਰੂਪ ਦਾਸ ਜਿਸ ਕ੍ਰਿਸ਼ਨ। हे ਸੱਚੇ ਪਾਤਸ਼ਾਹ ਤੁਹਾਡਾ ਸਰੂਪ ਕੈਸਾ ਹੈ? ਕ੍ਰਿਸ਼ਨ ਸਰੂਪ ਹੈ ਤੁਹਾਡਾ। ਦਾਸ ਜਿਸ ਕ੍ਰਿਸ਼ਨ। ਕ੍ਰਿਸ਼ਨ ਦਾ ਮਤਲਬ ਹੁੰਦਾ ਕਾਲਾ। ਭਗਵਾਨ ਕ੍ਰਿਸ਼ਨ ਦਾ ਸ਼ਾਮ ਰੰਗ ਸੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ ਕ੍ਰਿਸ਼ਨ, ਦੁਬਾਰਾ ਪੜੋ, ਕ੍ਰਿਸ਼ਨ ਸਰੂਪ। ਕ੍ਰਿਸ਼ਨ ਸਰੂਪ ਦਾਸ ਜਿਸ ਕ੍ਰਿਸ਼ਨ। ਤੁਹਾਡਾ ਦਾਸ ਕਾਲਾ ਹੈ। ਇੱਥੇ ਇਸ਼ਾਰਾ ਕਿੱਥੇ ਲੈ ਗਏ ਕਵੀ ਰਾਜ ਭਾਈ ਸੰਤੋਖ ਸਿੰਘ ਜੀ? ਲਾਲ ਚੰਦ ਦਾ ਜੋ ਸਿੱਖ ਸੀ ਨਾ, ਲਾਲ ਚੰਦ ਪੰਡਤ ਹੋਇਆ, ਦਾਸ ਅੰਬਾਲੇ ਦੀ ਧਰਤੀ ਤੋਂ ਹੈ ਤੇ ਦਾਸ ਦੇ ਘਰ ਦੇ ਬਿਲਕੁਲ 8 ਕਿਲੋਮੀਟਰ ਦੂਰ ਤੇ ਹੀ ਅੰਬਾਲੇ ਦੇ ਅੰਦਰ ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਹੈ। ਉਹ ਪੰਜੋਖਰਾ ਸਾਹਿਬ ਦਾ ਇਤਿਹਾਸ ਇੱਕੋ ਪੰਕਤੀ ਦੇ ਅੰਦਰ ਲਿਖਤਾ ਕਵੀ ਰਾਜ ਭਾਈ ਸੰਤੋਖ ਸਿੰਘ ਨੇ। ਦੁਬਾਰਾ ਪੜਦਾ, ਕ੍ਰਿਸ਼ਨ ਸਰੂਪ ਦਾਸ ਜਿਸ ਕ੍ਰਿਸ਼ਨ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੁਹਾਡਾ ਇੱਕ ਦਾਸ ਹੋਇਆ ਜੋ ਕਾਲਾ ਸੀਗਾ, ਕਾਲੇ ਰੰਗ ਦਾ ਸੀਗਾ। ਉਹਦਾ ਨਾਮ ਕੀ ਹੈ? ਛੱਜੂ ਝੀਵਰ। ਉਹ ਕਿਸ ਤਰ੍ਹਾਂ ਤੁਹਾਡਾ ਦਾਸ ਬਣਿਆ? ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ 8ਵੀਂ ਪਾਤਸ਼ਾਹੀ ਪੰਜੋਖਰਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ। ਉੱਥੇ ਇੱਕ ਲਾਲ ਚੰਦ ਨਾਮ ਦਾ ਪੰਡਤ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਕਹਿੰਦਾ ਹੈ ਬਈ ਤੁਹਾਡੀ ਉਮਰ ਤੇ ਸਾਰੀ 8 ਸਾਲ ਦੀ ਹੈ, ਬਾਲ ਸਰੂਪ ਹੈ, ਤੁਸੀਂ ਨਾਮ ਸਾਡੇ ਭਗਵਾਨ ਕ੍ਰਿਸ਼ਨ ਦੇ ਨਾਮ ਤੋਂ ਵੀ ਵੱਡਾ ਰਖਾ ਲਿਆ, ਹਰੀ ਕ੍ਰਿਸ਼ਨ। ਸਾਡੇ ਭਗਵਾਨ ਦਾ ਨਾਮ ਕ੍ਰਿਸ਼ਨ ਹੈ ਤੇ ਤੁਸੀਂ ਆਪਣਾ ਨਾਮ ਹਰੀ ਕ੍ਰਿਸ਼ਨ ਰਖਵਾ ਲਿਆ। ਇਹਦਾ ਕੀ ਕਾਰਨ ਹੈ? ਜੇ ਤੁਹਾਡਾ ਨਾਮ ਕ੍ਰਿਸ਼ਨ ਹੈ ਤੁਸੀਂ ਗੀਤਾ ਦੇ ਅਰਥ ਕਰਕੇ ਦਿਖਾਓ। ਪੰਡਤ ਜੀ ਨੂੰ, ਲਾਲ ਚੰਦ ਜੀ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਬੜੇ ਪ੍ਰੇਮ ਨਾਲ ਬੋਲੇ, ਪੰਡਤ ਜੀ ਜੇ ਮੈਂ ਅਰਥ ਕਰ ਦਿੱਤੇ ਤਾਂ ਤੁਸੀਂ ਸਮਝੋਗੇ ਬਈ ਅਸੀਂ ਗੁਰੂ ਘਰ ਦੇ ਅੰਦਰੋਂ ਵਿਦਿਆ ਪੜ੍ਹੀ ਹੈ। ਤੁਸੀਂ ਪੂਰੇ ਪੰਜੋਖਰੇ ਨਗਰ ਦੇ ਅੰਦਰ ਕਿਸੇ ਨੂੰ ਵੀ ਪਕੜ ਕੇ ਲੈ ਆਓ, ਅਸੀਂ ਉਸ ਤੋਂ ਅਰਥ ਕਰਵਾ ਦੇਵਾਂਗੇ। ਪੰਡਤ ਜੀ ਨੇ ਚਲਾਕੀ ਥੋੜੀ ਜੀ ਖੇਡੀ। ਪੰਡਤ ਜੀ ਇੱਕ ਗੂੰਗੇ ਤੇ ਬੋਲੇ ਵਿਅਕਤੀ ਨੂੰ
ਜਿਹਦਾ ਨਾਮ ਛੱਜੂ ਝੀਵਰ ਸੀ। ਝੀਵਰ ਇੱਕ ਜਾਤ ਹੁੰਦੀ ਹੈ ਜੋ ਪਾਣੀ ਢੋਂਦਾ ਹੈ ਲੋਕਾਂ ਦਾ, ਤੇ ਪਰ ਉਸ ਦੀ ਜਾਤ ਨੂੰ ਇੰਨਾ ਨੀਵਾਂ ਮੰਨਿਆ ਜਾਂਦਾ ਹੈ ਕਿ ਉਸ ਦੀ ਪਰਛਾਈ ਲੋਕ ਆਪਣੇ ਤੇ ਨਹੀਂ ਪੈਣ ਦਿੰਦੇ। ਕਿਵੇਂ ਸਮਾਜ ਦੀ ਦੁਰਦਸ਼ਾ ਹੈ, ਜਿਹਦੇ ਹੱਥ ਤੋਂ ਪਾਣੀ ਮੰਗਾਉਂਦੇ ਨੇ ਉਹਦੀ ਪਰਛਾਈ ਨਹੀਂ ਪੈਣ ਦਿੰਦੇ। ਸੋ ਖਾਲਸਾ ਜੀ, ਚਲੋ ਅੱਜ ਦਾ ਪ੍ਰਕਰਨ ਨਹੀਂ। ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਲਾਲ ਚੰਦ ਪੰਡਤ ਪੰਜੋਖਰਾ ਸਾਹਿਬ ਅੰਬਾਲੇ ਦੀ ਧਰਤੀ ਤੇ ਉਹ ਛੱਜੂ ਝੀਵਰ ਨੂੰ ਸਾਹਮਣੇ ਬਿਠਾ ਦਿੰਦਾ, ਕਹਿੰਦਾ ਮਹਾਰਾਜ ਇਸ ਤੋਂ ਅਰਥ ਕਰਵਾ ਦਿਓ। ਤੇ ਉਹ ਪੰਡਤ ਨੇ ਗੀਤਾ ਦੇ ਅਰਥ ਖੋਲ ਲਏ। ਜਿਸ ਤਰ੍ਹਾਂ ਇਹ ਅੱਜ ਪੋਥੀ ਸਾਹਿਬ ਪ੍ਰਕਾਸ਼ ਹੈ, ਇਸ ਤਰ੍ਹਾਂ ਹੀ ਪੰਡਤ ਨੇ ਵੀ, ਕਿਉਂਕਿ ਗੀਤਾ ਤਾਂ ਸਾਰਿਆਂ ਨੂੰ ਪਤਾ ਹੈ ਸੰਸਕ੍ਰਿਤ ਦੇ ਅੰਦਰ ਲਿਖੀ ਹੈ, ਭਗਵਾਨ ਕ੍ਰਿਸ਼ਨ ਨੇ ਉਚਾਰੀ ਹੈ, ਜੋਤੀ ਸਰ ਤੀਰਥ ਕੁਰਸ਼ੇਤਰ ਦੇ ਅੰਦਰ ਅਰਜੁਨ ਦੇ ਪ੍ਰਥਾਏ। ਤੇ ਜਦੋਂ ਗੀਤਾ ਉਚਾਰੀ ਸੀਗੀ, ਉਹ ਸੰਸਕ੍ਰਿਤ ਦੇ ਅੰਦਰ ਭਗਵਾਨ ਦੇ ਗੀਤ ਨੂੰ ਗੀਤਾ ਕਿਹਾ ਜਾਂਦਾ, ਤੇ ਉਹਦੇ ਪੰਕਤੀ ਪੰਡਤ ਪੜ੍ਹਦਾ ਹੈ, ਤੇ ਛੱਜੂ ਝੀਵਰ ਦੇ ਉੱਤੇ ਮਹਾਰਾਜ ਨੇ ਆਪਣੀ ਫੁੱਲਾਂ ਦੀ ਛੜੀ ਰੱਖ ਦਿੱਤੀ ਤੇ ਉਹ ਅਰਥ ਕਰਨ ਲੱਗ ਪਿਆ। 1 2 3 4 5 6 ਸੂਤਰਾਂ ਦੇ ਅਰਥ ਜਦੋਂ ਕੀਤੇ, 8ਵੇਂ 10ਵੇਂ ਸੂਤਰ ਤੋਂ ਬਾਅਦ ਪੰਡਤ ਅੰਦਰੋਂ ਹੈਰਾਨ ਹੋ ਰਿਹਾ। ਕੁਝ ਕੁ ਸੂਤਰ ਪੜਨ ਤੋਂ ਬਾਅਦ ਪੰਡਤ ਪੰਕਤੀ ਪੜਦੇ ਪੜਦੇ ਪੰਕਤੀ ਗਲਤ ਪੜ ਗਿਆ। ਗੂੰਗਾ ਤੇ ਬੌਲਾ ਛੱਜੂ ਝੀਵਰ ਬੋਲਦਾ ਹੈ, ਪੰਡਤ ਜੀ ਪੰਕਤੀ ਇਹ ਨਹੀਂ ਹੈ, ਪੰਕਤੀ ਇਹ। ਉੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਅੱਗੇ ਲਾਲ ਚੰਦ ਪੰਡਤ ਆਪਣਾ ਹੰਕਾਰ ਛੱਡ ਕੇ ਮਹਾਰਾਜ ਨੂੰ ਮੱਥਾ ਟੇਕ ਦਿੰਦਾ, ਕਹਿੰਦੇ ਮਹਾਰਾਜ ਤੁਹਾਡਾ ਨਾਮ ਵਾਕਈ ਹਰੀ ਕ੍ਰਿਸ਼ਨ ਹੈ, ਤੁਸੀਂ ਵਾਕਈ ਹੰਕਾਰ ਤੋੜਨ ਆਏ ਹੋ। ਤੇ ਉਹ ਪੰਕਤੀ, ਇੱਕੋ ਪੰਕਤੀ ਇਤਿਹਾਸ ਪੂਰਾ ਕਵੀ ਰਾਏ ਭਾਈ ਸੰਤੋਖ ਸਿੰਘ ਜੀ ਨੇ ਲਿਖ ਦਿੱਤਾ ਹੈ। ਕਹਿੰਦੇ ਕ੍ਰਿਸ਼ਨ ਸਰੂਪ, ਤੁਸੀਂ ਭਗਵਾਨ ਕ੍ਰਿਸ਼ਨ ਦਾ ਹੀ ਸਰੂਪ ਹੋ, ਤੇ ਦਾਸ ਜਿਸ ਕ੍ਰਿਸ਼ਨ, ਜਿਸ ਦਾ ਦਾਸ ਛੱਜੂ ਝੀਵਰ ਸੀਗਾ, ਉਸ ਨੂੰ ਤੁਸੀਂ ਧਾਰਿਆ ਸੀ। ਕ੍ਰਿਸ਼ਨ ਭਗਤ ਕੋ ਮੇਘਦ ਜਿਸ਼ਨ। ਕ੍ਰਿਸ਼ਨ ਭਗਤ ਕੋ, ਕ੍ਰਿਸ਼ਨ ਦਾ ਇੱਕ ਅਰਥ ਕ੍ਰਿਖੀ ਵੀ ਹੁੰਦਾ, ਖੇਤੀ ਵੀ ਹੁੰਦਾ। ਜਿਹੜੇ ਇੱਥੇ ਸਾਡੇ ਵੀਰ ਬੈਠੇ ਨੇ ਪੁਰਾਣੇ ਪੜ੍ਹੇ, ਉਹਨਾਂ ਨੂੰ ਜ਼ਰੂਰ ਪਤਾ ਹੈ ਕ੍ਰਿਖੀ ਅਸੀਂ ਖੇਤੀ ਨੂੰ ਵੀ ਕਹਿੰਦੇ ਆ। ਕਹਿੰਦੇ ਤੁਸੀਂ ਖੇਤਾਂ ਦੇ ਉੱਤੇ ਭਗਤੀ ਰੂਪ ਬੱਦਲ ਬਣ ਕੇ ਉੱਪਰ ਆਪਣਾ ਮੀਂਹ ਗੇਰਦੇ ਹੋ। ਭਾਵ ਅਰਥ ਸਾਡਾ ਹਿਰਦਾ ਕੀ ਹੈ, ਇੱਕ ਖੇਤੀ ਹੈ, ਤੇ ਤੁਸੀਂ ਕ੍ਰਿਸ਼ਨ ਰੂਪ ਭਗਤੀ ਰੂਪ ਹੋ ਕੇ ਸਾਡੇ ਹਿਰਦੇ ਦੇ ਅੰਦਰ ਭਗਤੀ ਗੇਰਦੇ ਹੋ। ਸਾਡੇ ਹਿਰਦੇ ਰੂਪੀ ਖੇਤੀ ਦੇ ਅੰਦਰ ਬੱਦਲ ਬਣ ਕੇ ਆ ਗਏ ਹੋ ਤੇ ਭਗਤੀ ਦਾ ਮੀਂਹ ਵਰਖਾ ਦਿੱਤਾ ਹੈ। ਸਵਈਆ ਹਾਦਰ ਹੋਤ ਜਹਾਂ ਸਿਮਰੇ। ਖਾਲਸਾ ਜੀ, ਹੁਣ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਦੀ ਉਸਤਤ ਹੋਣ ਲੱਗੀ ਹੈ, ਜਿਨ੍ਹਾਂ ਦਾ 400 ਸਾਲਾ ਤੁਸੀਂ ਮਨਾਇਆ ਬੜੇ ਵੱਡੇ ਪੱਧਰ ਦੇ ਉੱਤੇ। ਇਹ ਪਿੱਛੇ ਬੋਰਡ ਲੱਗਿਆ ਨਾ, ਇੱਥੇ ਲਿਖਿਆ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦਾ, ਜੋ ਅਪ੍ਰੈਲ ਦੇ ਮਹੀਨੇ ਅਸੀਂ ਸਾਰੀ ਸੰਗਤ ਨੇ ਬਹੁਤ ਵੱਧ ਚੜ ਕੇ ਮਨਾਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਸਤਤ ਕਰਦੇ ਨੇ। ਜੇ ਬਹਾਦਰ ਦੇ ਅੰਦਰੋਂ ਬੱਬਾ ਕੱਟ ਦਈਏ ਤਾਂ ਹਾਦਰ ਹੋ ਜਾਂਦਾ। ਹਾਦਰ ਹੋਤ ਜਹਾਂ ਸਿਮਰੇ, ਹੇ ਗੁਰੂ ਤੇਗ ਬਹਾਦਰ ਸਾਹਿਬ, ਤੁਸੀਂ ਪ੍ਰਗਟ ਹੋ ਜਾਂਦੇ ਹੋ ਜੇ ਕੋਈ ਤੁਹਾਨੂੰ ਸਿਮਰ ਲਵੇ ਇੱਕ ਵਾਰੀ। ਤੇਗ ਬਹਾਦਰ ਸਿਮਰਿਐ, ਗੁਰ ਤੇਗ ਬਹਾਦਰ ਸਿਮਰਿਐ। ਤੇਗ ਬਹਾਦਰ ਸਿਮਰਿਐ, ਗੁਰ ਤੇਗ ਬਹਾਦਰ ਸਿਮਰਿਐ। ਘਰ ਨੌ ਨਿਦ ਆਵੈ ਤਾਏ, ਘਰ ਨੌ ਨਿਦ ਆਵੈ ਤਾਏ। ਨੌ ਨਿਦ ਆਵੈ ਤਾਏ, ਕਰ ਨੌ ਨਿਦ ਆਵੈ ਤਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਕਲਗੀਧਰ ਪਾਤਸ਼ਾਹ ਸ਼੍ਰੀ ਦਸਮ ਗ੍ਰੰਥ ਦੇ ਅੰਦਰ ਚੰਡੀ ਦੀ ਵਾਰ ਦੇ ਅੰਦਰ ਇਹ ਪੰਕਤੀ ਲਿਖਦੇ ਨੇ, ਤੇਗ ਬਹਾਦਰ ਸਿਮਰਿਐ, ਕਰ ਨੌ ਨਿਤ ਆਵੈ ਧਾਏ, ਸਭ ਥਾਈ ਹੋਏ ਸਹਾਏ। ਮੱਖਣ ਸ਼ਾਹ ਲਵਾਣੇ ਨੇ ਜਹਾਜ਼ ਫਸ ਗਿਆ ਸਮੁੰਦਰ ਦੇ ਅੰਦਰ, ਕਿਹਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੇਰੀ ਰੱਖਿਆ ਕਰੋ। ਗੁਰੂ ਨਾਨਕ ਦੀ 9ਵੀਂ ਜੋਤ ਜਾਣਦਾ ਵੀ ਨਹੀਂ ਸੀਗਾ 9ਵੀਂ ਜੋਤ ਕੌਣ ਨੇ, ਪਰ ਆਸਰਾ ਲੈ ਲਿਆ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਮੋਢਾ ਲਾ ਕੇ ਮੱਖਣ ਸ਼ਾਹ ਲਵਾਣੇ ਦਾ ਜਹਾਜ਼ ਬੰਨੇ ਲਾਇਆ। ਹਾਦਰ ਹੋਤ ਜਹਾਂ ਸਿਮਰੇ, ਜਿੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੁਸੀਂ ਸਿਮਰਨ ਕਰੋਗੇ ਨਾ ਸੰਗਤ ਜੀ, ਅਸੀਂ ਸਾਰੇ ਸਟੂਡੈਂਟ ਲਾਈਫ ਵਿੱਚ ਆ, ਕੁਝ ਜੌਬ ਲਾਈਫ ਵਿੱਚ ਨੇ, ਕੁਝ ਪੇਰੈਂਟਸ ਬਣ ਗਏ ਨੇ,
ਕੁਝ ਆਪਣਾ ਨਵਾਂ ਜੀਵਨ ਸ਼ੁਰੂ ਕਰਨ ਲੱਗੇ ਨੇ। ਸਭ ਨੂੰ ਕੋਈ ਨਾ ਕੋਈ ਮੁਸ਼ਕਲ ਆਉਂਦੀ ਹੈ, ਕਿਉਂਕਿ ਮਹਾਰਾਜ ਨੇ ਕਿਹਾ ਹੈ, ਇਹ ਸੰਸਾਰ ਦਾ ਜੋ ਸਾਗਰ ਹੈ, ਇਸ ਦੇ ਅੰਦਰ ਮੁਸ਼ਕਲਾਂ ਬੰਦੇ ਦੇ ਜੀਵਨ ਦੇ ਅੰਦਰ ਆਣੀਆਂ ਸੁਭਾਵਕ ਨੇ। ਪਰ ਜੇ ਗੁਰੂ ਤੇਗ ਬਹਾਦਰ ਨੂੰ ਤੂੰ ਸਿੱਖਾ ਸਿਮਰ ਲਵੇਂ ਤੇ ਉਹ ਤੇਰੇ ਅੰਗ ਸੰਗ ਸਹਾਇਕ ਹੋਣਗੇ। ਸੁਖ ਸਾਗਰ ਜਾਹੇ ਪਿਖੇ ਸੁਰ ਸਾਦਰ। ਤੇ ਸੱਚੇ ਪਾਤਸ਼ਾਹ ਮਹਾਰਾਜ ਸੁੱਖਾਂ ਦੇ ਸਾਗਰ ਨੇ, ਜਾਹੇ ਪਿਖੇ ਸੁਰ ਸਾਦਰ। ਕਹਿੰਦੇ ਦੇਵਤੇ ਸੁਰ ਦੇਵਤਿਆਂ ਨੂੰ ਕਹਿੰਦੇ ਨੇ, ਦੇਵਤੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੱਥਾ ਟੇਕ ਕੇ ਮਿਲਦੇ ਨੇ। ਸਾਦਰ ਚ ਇੱਕ ਆਤਮ ਗਿਆਨ। ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਸਿੱਖਾਂ ਦੇ ਹਿਰਦੇ ਦੇ ਅੰਦਰ ਇੱਕ ਸਵਾਦ ਪਾ ਦਿੱਤਾ ਹੈ। ਉਹ ਕਿਹੜਾ ਸਵਾਦ ਹੈ? ਸਾਧ ਰਚੇ ਆਤਮ ਗਿਆਨ। ਆਤਮ ਗਿਆਨ ਦਾ ਜੋ ਸਵਾਦ ਹੈ ਉਹ ਸਿੱਖਾਂ ਨੂੰ ਗੁਰਬਾਣੀ ਦੇ ਅੰਦਰ ਦੇ ਦਿੱਤਾ ਹੈ। ਤੁਹਾਡੀ ਗੁਰਬਾਣੀ ਪੜ੍ਹਦੇ ਨੇ, ਹਿਰਦੇ ਦੇ ਅੰਦਰ ਵਿਰਾਗ ਉੱਠ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਾਤਸ਼ਾਹ ਦੇ 57 ਸ਼ਬਦ ਨੇ ਤੇ 59 ਸ਼ਲੋਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਤੇ ਉਹ ਪਾਤਸ਼ਾਹ ਮਹਾਰਾਜ ਦੀ ਜੋ ਬਾਣੀ ਹੈ ਉਹ ਆਤਮ ਗਿਆਨ ਦੇਣ ਵਾਲੀ ਹੈ। ਬੜੀ ਬਿਸ਼ਯਾਤਪ ਕੋ ਬੜ ਬਾਦਰ। ਹੁਣ ਇੱਕ ਹੋਰ ਅਰਥ ਕਰਦੇ ਨੇ, ਕਹਿੰਦੇ ਵਿਸ਼ਿਆਂ ਦੀ ਬਹੁਤ ਭਾਰੀ ਧੁੱਪ ਪੈ ਰਹੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਬੱਦਲ ਬਣ ਕੇ ਸਾਨੂੰ ਛਾਂ ਦੇ ਰਹੇ ਹੋ। ਬਾਦਰ ਹੈ ਸਿੱਖ ਹੈ ਨਰ ਸੋ। ਹੁਣ ਇਹਨੂੰ ਸਿੰਘਾਰੋਪਾ ਨਿਆਏ ਕਹਿੰਦੇ ਨੇ। ਸਿੰਘਾਰੋਪਾ ਨਿਆਏ ਕਵੀ ਜੀ ਨੇ ਵਰਤਿਆ। ਸਿੰਘ ਕਿਸ ਤਰ੍ਹਾਂ ਵਾਰ ਕਰਦਾ ਹੈ ਜੰਗਲ ਦੇ ਅੰਦਰ? ਪਹਿਲੇ 2 ਪੰਜੇ ਅੱਗੇ ਰੱਖਦਾ ਹੈ, ਆਪਣੇ ਵਾਰ ਦੇ ਉੱਤੇ ਪੰਜਾ ਮਾਰਦਾ ਹੈ, ਜਦੋਂ ਉਹਨੂੰ ਪੂਰਾ ਖਤਮ ਕਰ ਦਿੰਦਾ ਉਹਨੂੰ ਇੱਕਦਮ ਨਹੀਂ ਖਾ ਜਾਂਦਾ, ਫਿਰ 2 ਕਦਮ ਪਿੱਛੇ ਲੈਂਦਾ ਹੈ। ਹੁਣ ਪਿਛਲੀ ਪੰਕਤੀ ਖੜੀ ਸੀ ਬਾਦਰ ਤੇ, ਹੁਣ ਅਗਲੀ ਉੱਥੋਂ ਹੀ ਚੁੱਕੀ ਹੈ। ਬਾਦਰ ਸ਼ਬਦ ਦੇ ਉੱਤੇ ਪੰਕਤੀ ਖਤਮ ਕਰੀ ਸੀ ਜਿਹਦਾ ਅਰਥ ਸੀਗਾ ਬੱਦਲ। ਅਗਲੀ ਪੰਕਤੀ ਉੱਥੋਂ ਹੀ ਸ਼ੁਰੂ ਕਰੀ ਹੈ, ਬਾਦਰ ਹੈ ਸਿੱਖ ਹੋਇ ਨਰ ਜੋ। ਜਿਹੜੇ ਵੀ ਸਿੱਖ ਦੁਖੀ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਨੇ। ਜਿਨ ਜਾਣਿਓ ਨਹੀਂ ਜੋ ਇਹੀ ਜਗ ਕਾਦਰ। ਕਹਿੰਦੇ ਉਹ ਸਿੱਖ ਜਾਣਦੇ ਨਹੀਂ ਨੇ। ਜਿਹੜੇ ਸਿੱਖਾਂ ਦੇ ਘਰ ਜਨਮ ਹੋ ਗਿਆ ਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਪੜ੍ਹਿਆ ਹੀ ਨਹੀਂ, ਨਾ ਮਹਾਰਾਜ ਦੀ ਸ਼ਹੀਦੀ ਪੜ੍ਹੀ, ਨਾ ਮਹਾਰਾਜ ਦੇ ਅਵਤਾਰ ਬਾਰੇ ਪੜ੍ਹਿਆ। ਮਹਾਰਾਜ ਕਹਿੰਦੇ ਉਹ ਸਿੱਖ ਦਾ ਜਨਮ ਵੀ ਵਿਅਰਥ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਨਹੀਂ ਪੜ੍ਹਿਆ, ਸਿੱਖਾਂ ਦੇ ਘਰ ਜਨਮ ਲੈਣ ਦਾ ਕੋਈ ਫਾਇਦਾ ਨਹੀਂ। ਕਾਦਰ ਹੈ ਜਮ ਕੋ ਤਿਨ ਜੀਵਨ। ਕਹਿੰਦੇ ਬਈ ਉਸ ਜੀਵ ਦਾ ਕੀ ਜੀਵਨ ਹੈ, ਉਹਦਾ ਕੀ ਜੀਵਨ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਹੀ ਨਾ ਪੜ੍ਹੇ। ਅੰਤ ਭਜੈ ਗੁਰ ਤੇਗ ਬਹਾਦਰ। ਹੇ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਜਮਾਂ ਨੂੰ ਛੁਡਾਉਣ ਵਾਲੇ ਹੋ। ਉਸ ਨੂੰ ਜਮਾਂ ਦਾ ਕੀ ਡਰ ਹੈ? ਕਿਆ ਡਰ ਹੈ? ਉਸ ਨੂੰ ਕਿਹੜਾ ਡਰ ਹੈ ਜਮਾਂ ਦਾ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਧਿਆ ਲੈਂਦਾ ਹੈ। ਪਾਤਸ਼ਾਹ ਨੇ ਦਸਮ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪਿਤਾ ਗੁਰਦੇਵ ਬਾਰੇ ਬਹੁਤ ਸੁੰਦਰ ਬਚਨ ਲਿਖੇ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਮਹਾਰਾਜ ਕਹਿੰਦੇ ਸ੍ਰੀ ਨਾਨਕ ਅੰਗਦ ਕਰ ਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾਂ ਮੂੜ ਨਹਿ ਪਾਇਓ, ਭਿੰਨ ਭਿੰਨ ਸਭ ਹੂੰ ਕਰ ਜਾਨਾ, ਏਕ ਰੂਪ ਕਿਨ ਹੂੰ ਪਹਿਚਾਨਾ, ਜਿਨ ਜਾਨਾ ਤਿਨ ਹੀ ਸਿਧ ਪਾਈ, ਬਿਨ ਸਮਝੇ ਸਿਧਾਤ ਨਾ ਆਈ, ਰਾਮਦਾਸ ਹਰਸਿਓ ਮਿਲ ਗਏ, ਗੁਰਤਾ ਦੇਤ ਅਰਜਨ ਹੈ ਭਏ, ਜਬ ਅਰਜਨ ਪ੍ਰਭ ਲੋਕ ਸੁਧਾਰੇ, ਹਰ ਗੋਬਿੰਦ ਤਹਿ ਠਾਂ ਬੈਠਾਰੇ, ਹਰ ਗੋਬਿੰਦ ਪ੍ਰਭ ਲੋਕ ਸਿਧਾਏ, ਹਰੀ ਰਾਏ ਤਹਿ ਠਾਂ ਬੈਠਾਏ, ਹਰੀ ਕ੍ਰਿਸ਼ਨ ਤਿਨਕੇ ਸੁਤਵਏ, ਤਿਨ ਤੇ ਤੇਗ ਬਹਾਦਰ ਪਏ। ਫਿਰ ਅੱਗੇ ਮਹਾਰਾਜ ਲਿਖਦੇ ਨੇ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਬਡੋ ਕਲੂ ਮੈਂ ਸਾਖਾ, ਸਾਧਨ ਹੇਤ ਇਤੀ ਜਿਨ ਕਰੀ, ਜਿਨ੍ਹਾਂ ਨੇ ਸਾਧੂਆਂ ਦੇ ਨਾਲ ਦੋਸਤੀ ਕੀਤੀ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ, ਆਪਣਾ ਸੀਸ ਤਾਂ ਕਟਵਾ ਦਿੱਤਾ ਚਾਂਦਨੀ ਚੌਂਕ ਦੇ ਉੱਤੇ, ਪਰ ਦਿੱਲੀ ਦੇ ਅੰਦਰ ਸੀ ਨਹੀਂ ਕਹੀ। ਸੀਸ ਦਿਆ ਪਰ ਸੀ ਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰਰ ਨਾ ਦਿਆ, ਆਪਣਾ ਸੀਸ ਤਾਂ ਕਟਵਾ ਦਿੱਤਾ ਪਰ ਸਿਦਕ ਨਹੀਂ ਛੱਡਿਆ, ਬਾਹ ਨਹੀਂ ਛੱਡੀ, ਹਿੰਦੂ ਧਰਮ ਦੀ ਰੱਖਿਆ ਦੇ ਲਈ ਆਪਣਾ ਸੀਸ ਦੇ ਦਿੱਤਾ। ਪਾਤਸ਼ਾਹ ਨੇ ਪਰ ਔਰੰਗਜ਼ੇਬ ਨੂੰ ਕਿਹਾ, ਤੈਨੂੰ ਮੁਸਲਮਾਨ ਨਹੀਂ ਹਿੰਦੂਆਂ ਨੂੰ ਬਣਾ ਦੇਵਾਂਗੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਮੱਘਰ ਸੁਦੀ ਪੰਚਮੀ ਨੂੰ 1675 ਚਾਂਦਨੀ ਚੌਂਕ ਵਿਖੇ ਪਾਤਸ਼ਾਹ ਨੇ ਸ਼ਹੀਦੀ ਦਿੱਤੀ। ਤੇ ਜਦੋਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ, ਕਲਗੀਧਰ ਪਾਤਸ਼ਾਹ ਨੇ ਫਿਰ ਬਚਨ ਲਿਖੇ, ਤੇਗ ਬਹਾਦਰ ਕੇ ਚਲਤ
ਭਇਓ ਜਗਤ ਕੋ ਸੋਕ, ਹੈ ਸਭ ਜਗ ਭਇਓ, ਜੈ 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 ਸੁਰਲੋਕ। ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੱਕ ਪਾਵਨ ਪਵਿੱਤਰ ਮੰਗਲ ਹੋਏ ਨੇ। ਸਮੇਂ ਦੇ ਲਿਹਾਜ਼ ਦੇ ਨਾਲ ਸਮਾਪਤੀ ਹੈ ਜੀ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਉ ਇਹੋ, ਨਾਨਕ ਚਾਉ ਇਹੋ। हे गोबिंद हे गोपाल हे दयाल लाल, प्राणनाथ नासखे दीन दर्द निवार, हे समर्थ अगम पूर्ण मोहे, अंधकूप महा भयान नानक पार उतार। आए प्रभ शरणागति कृपा निध दयाल, एक कर हर मन बसत नानक होत निहाल। फाहे काटे मिटे गमन फतेह भई मन जीत, नानक गुर ते थित पाई फिरन मिटे नित नीत। वाहिगुरु जी का खालसा, वाहिगुरु जी की फतेह।